जय जियो। बिना कर्मां तो बिना भागां तो गुरु की संगत नहीं प्राप्त होंदी। जिन्हां दे मत्थे ते सीधे लेख लिखे हुए ने गुरु की संगत उन्हां नूं प्राप्त होया करदी आ। वो गुरु की संगत दे विचों आके वो रस ते वो आनंद प्राप्त करते ने, जिहड़ा आनंद कितों होर नहीं प्राप्त होंदा। आनंद आनंद सब को कहे, आनंद गुरु ते जानिया। जिहड़ा आनंद ते जिहड़ा सुख केवल ते केवल धन गुरु ग्रंथ साहिब सच्चे पातशाह दी पावन ते पवित्र हजूरी दे विच मिल जांदा है। शांति टका किते होर नहीं प्राप्त होया करदा। धन गुरु तेग बहादुर महाराज जियां दे पावन पवित्र स्थानां ते हाजरी भर रहे हां ते धन गुरु तेग बहादुर महाराज सच्चे पातशाह जी बचन करते ने, जो सुख को चाहे सदा सरन राम की ले है। जे तू दुनिया दे विच सदा सुख चाहुंदा है, चाहुंदा भी सदा मैं सुखी होवां, सदा मैनूं सुख प्राप्त हो जावे, शांति मिल जावे, तो धन गुरु तेग बहादुर महाराज जी गुरबाणी दे शब्दां दे राही आउं फरमान करदे ने। सुख किते न मिलदा जी। सुनियो धन गुरु तेग बहादुर महाराज सच्चे पातशाह जे चाहुंदे आ भी दुनिया दे विच सुख मिल जावे, शांति मिल जावे ते आनंद, धन गुरु तेग बहादुर महाराज जी फरमान करते ने। सुख किते न मिलदा जी, मिलदा गुर चरना विच आके। किते न मिलदा जी, मिलदा गुर चरना विच आके। सुख किते न मिलदा जी, मिलदा गुर चरना विच आके। सुख किते न मिलदा जी, मिलदा गुर चरना विच आके। सुख किते न मिलदा जी, मिलदा गुर चरना विच आके आके। सुख किते न मिलदा जी, मिलदा गुर चरना विच आके। सुख किते न मिलदा जी, मिलदा गुर चरना विच आके आके। सुख किते न मिलदा जी, मिलदा गुर चरना विच आके। सुख किते न मिलदा जी, मिलदा गुर चरना विच आके आके। सुख किते न मिलदा जी, मिलदा गुर चरना विच आके। सुख किते न मिलदा जी, मिलदा गुर चरना विच आके आके। सुख किते न मिलदा जी, मिलदा गुर चरना विच आके। गुर चरना विच आके, 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 गुर चरना विच आके। गुर चरना विच आके,
ਗੁਰ ਚਰਨਾਂ ਵਿੱਚ ਆਕੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ। ਜੋ ਸੁਖ ਕਉ ਚਾਹੈ ਸਦਾ ਸਰਨ ਰਾਮ ਕੀ ਲੇਹ। ਜੇ ਚਾਹੁੰਨਾ ਵੀ ਸੁਖ ਮਿਲ ਜਾਵੇ, ਸਦਾ ਆਨੰਦ, ਤੇ ਚਾਹੁੰਨਾ ਵੀ ਮਨ ਟਿਕ ਜਾਵੇ, ਮਨ ਨੂੰ ਸ਼ਾਂਤੀ ਆ ਜਾਵੇ, ਤਾਂ ਸਤਿਗੁਰੂ ਜੀ ਕਹਿੰਦੇ ਮਨ ਕਿਤੇ ਨਾ ਟਿਕਦਾ ਜੀ, ਮਨ ਕਿਤੇ ਨਾ ਟਿਕਦਾ ਜੀ, ਮਨ ਕਿਤੇ ਨਾ ਟਿਕਦਾ ਜੀ, ਕਿਤੇ ਨਾ ਟਿਕਦਾ। ਹਾਂ ਮਨ ਕਿਤੇ ਨਾ ਟਿਕਦਾ ਜੀ, ਕਿਤੇ ਨਾ ਟਿਕਦਾ ਜੀ। ਉਹ ਮਨ ਕਿਤੇ ਨਾ ਟਿਕਦਾ ਜੀ, ਮਨ ਕਿਤੇ ਨਾ ਟਿਕਦਾ ਜੀ, ਮਨ ਕਿਤੇ ਨਾ ਟਿਕਦਾ ਜੀ, ਕਿਤੇ ਨਾ ਟਿਕਦਾ ਜੀ। ਮਨ ਕਿਤੇ ਨਾ ਟਿਕਦਾ ਜੀ, ਮਨ ਕਿਤੇ ਨਾ ਟਿਕਦਾ ਜੀ। ਮਨ ਕਿਤੇ ਨਾ ਟਿਕਦਾ ਜੀ, ਟਿਕਦਾ ਗੁਰ ਚਰਨਾਂ ਵਿੱਚ ਆ ਕੇ ਮਨ ਕਿਤੇ ਨਾ ਟਿਕਦਾ ਜੀ, ਟਿਕਦਾ ਗੁਰ ਚਰਨਾਂ ਵਿੱਚ ਆ ਕੇ ਮਨ ਕਿਤੇ ਨਾ ਟਿਕਦਾ ਜੀ, ਟਿਕਦਾ ਗੁਰ ਚਰਨਾਂ ਵਿੱਚ ਆ ਕੇ ਮਨ ਕਿਤੇ ਨਾ ਟਿਕਦਾ ਜੀ, ਮਨ ਕਿਤੇ ਨਾ ਟਿਕਦਾ ਜੀ, ਟਿਕਦਾ ਗੁਰ ਚਰਨਾਂ ਵਿੱਚ ਆ ਕੇ। ਮਨ ਕਿਤੇ ਨਾ ਟਿਕਦਾ ਜੀ, ਟਿਕਦਾ ਗੁਰ ਚਰਨਾਂ ਵਿੱਚ ਆ ਕੇ। ਸੁਖ ਕਿਤੇ ਨਾ ਮਿਲਦਾ ਜੀ, ਮਿਲਦਾ ਗੁਰ ਚਰਨਾਂ ਵਿੱਚ ਆ ਕੇ ਸੁਖ ਕਿਤੇ ਨਾ ਮਿਲਦਾ ਜੀ, ਮਿਲਦਾ ਗੁਰ ਚਰਨਾਂ ਵਿੱਚ ਆ ਕੇ। ਸੁਖ ਕਿਤੇ ਨਾ ਮਿਲਦਾ ਜੀ, ਮਿਲਦਾ ਗੁਰ ਚਰਨਾਂ ਵਿੱਚ ਆ ਕੇ। ਸੁਖ ਕਿਤੇ ਨਾ ਮਿਲਦਾ ਜੀ, ਮਿਲਦਾ ਸੁਖ ਕਿਤੇ ਨਾ ਮਿਲਦਾ ਜੀ, ਮਿਲਦਾ ਗੁਰ ਚਰਨਾਂ ਵਿੱਚ ਆ ਕੇ। ਸੁਖ ਕਿਤੇ ਨਾ ਮਿਲਦਾ ਜੀ, ਮਿਲਦਾ ਗੁਰ ਚਰਨਾਂ ਵਿੱਚ ਆ ਕੇ। ਅਜ ਜੋ ਸੁਖ ਕਉ ਚਾਹੈ ਸਦਾ ਸਰਨ ਰਾਮ ਕੀ, ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ। ਜਿਹੜਾ ਆਨੰਦ ਤੇ ਸ਼ਾਂਤੀ ਸੁਖ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪ੍ਰਾਪਤ ਹੁੰਦਾ ਏ, ਉਹ ਕਿਤੇ ਪ੍ਰਾਪਤ ਨਹੀਂ ਹੁੰਦਾ। ਸ਼ਾਂਤੀ ਨਹੀਂ ਆਉਂਦੀ, ਮਨ ਨਹੀਂ ਟਿਕਦਾ, ਤੇ ਮਨ ਇੱਕੋ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਟਿਕ ਜਾਂਦਾ ਏ। ਟਿਕਾਉਣ ਵਾਲੇ ਦਾ ਤੇ ਸ਼ਾਂਤੀ ਵੀ ਪ੍ਰਾਪਤ ਹੋ ਜਾਂਦੀ ਆ, ਤੇ ਲੈਣ ਵਾਲੇ ਨੂੰ ਤਰੀਕਾ ਆ ਜਾਵੇ, ਢੰਗ ਆ ਜਾਵੇ, ਜੁਗਤੀ ਆ ਜਾਵੇ। ਕਿਉਂਕਿ ਇਹ ਸੰਗਤ ਕਰਨ ਦੇ ਵੀ ਤਰੀਕੇ ਨੇ, ਜੁਗਤੀਆਂ ਨੇ, ਮਰਿਆਦਾ ਏ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਨੇਤਰਾਂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ, ਤੇ ਕੰਨਾਂ ਦੇ ਨਾਲ ਗੁਰੂ ਦੇ ਸ਼ਬਦ ਦੀ ਆਵਾਜ਼ ਸੁਣਨੀ। ਗੁਰੂ ਦੇ ਦਰਸ਼ਨਾਂ ਤੋਂ ਬਿਨਾ ਨੇਤਰ ਇੱਧਰ ਉੱਧਰ ਨਾ ਜਾਣ, ਮਨ ਟਿਕ ਜਾਂਦਾ ਏ। ਗੁਰੂ ਦੀ ਮੂਰਤ ਦਾ ਧਿਆਨ ਧਰ ਕੇ ਅੰਤਰ ਧਿਆਨ ਹੋ ਕੇ ਬੈਠ ਜਾਣਾ। ਗੁਰੂ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਜਦੋਂ ਇਹ ਢੰਗ ਤਰੀਕਿਆਂ ਦੇ ਨਾਲ, ਜਿਵੇਂ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ। ਜਿਵੇਂ ਕਹਿੰਦੇ ਅਨੇਕਾਂ ਚਕੋਰਾਂ ਚੰਦਰਮਾ ਦੇ ਨਾਲ ਟਿਕ ਟਿਕੀ ਲਾ ਕੇ ਵੇਖਦੀਆਂ ਨੇ, ਇੱਕ ਤਾਰ
ਅੱਖ ਨਹੀਂ ਮੜਕ ਝਮਕਦੀਆਂ, ਗਰਦਨ ਭਵਾਂ ਕੇ ਮੁੜਕ ਜਾਏ, ਗੇੜਾ ਖਾ ਜਾਵੇ, ਪਰ ਉਹ ਤਾਰ ਨਹੀਂ ਟੁੱਟਣ ਦਿੰਦੀਆਂ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ। ਫਿਰ ਚੱਕਵੀ ਦਾ ਸੂਰਜ ਦੇ ਨਾਲ ਬੜਾ ਗੂੜਾ ਪਿਆਰ, ਚੱਕਵੀ ਕਿੰਨਾ ਪਿਆਰ ਕਰਦੀ ਆ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ, ਚੱਕਵੀ ਸੂਰਜ ਹੇਤ ਹੈ, ਮਿਲ ਹੋਣ ਸੁਖਾਲੇ। ਨਿਹੋ ਕਵਲ ਜਲ ਜਾਣੀਐ, ਖਿਣ ਮੋਹੇ ਬਖਾਲੇ, ਪੀਰ ਮਰੀਦਾ ਪਿਰਹੜੀ, ਉਹ ਨਿਭ ਹੈ ਨਾਲੇ। ਨਾ ਮੋਰ ਬਬੀਹੇ ਬੋਲਦੇ, ਬਿਖ ਬੱਦਲ ਕਾਲੇ, ਨਾਰ ਪਤਾਰ ਪਿਆਰ ਹੈ, ਮਾਂ ਪੁੱਤਰ ਸੰਭਾਲੇ। ਪੀਰ ਮਰੀਦਾ ਪਿਰਹੜੀ, ਉਹ ਨਿਭ ਹੈ ਨਾਲੇ। ਤੇ ਭਾਈ ਗੁਰਦਾਸ ਜੀ ਕਹਿੰਦੇ ਇਸ ਤਰ੍ਹਾਂ ਆਪਣੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਸਤ ਸੰਗਤ ਕੀਤੀ ਜਾਵੇ ਤੇ ਨਾਲ ਅੰਦਰੋਂ ਇਹ ਅਰਦਾਸ ਵੀ ਹੋਵੇ, ਸਾਡੀ ਪੀਰਾਂ ਨਾਲ ਮਰੀਦਾਂ ਦੀ, ਸਾਡੀ ਪੀਰਾਂ ਨਾਲ ਮਰੀਦਾਂ ਦੀ, ਸਾਡੀ ਪੀਰਾਂ ਨਾਲ ਮੁਰੀਦਾਂ ਦੀ, ਪੀਰਾਂ ਨਾਲ ਮੁਰੀਦਾਂ ਦੀ। ਆਈ ਨਿਵਜੇ ਵਾਹਿਗੁਰੂ ਨਿਵਜੇ, ਨਿਵਜੇ ਵਾਹਿਗੁਰੂ ਨਿਵਜੇ, ਸਾਡੀ ਪੀਰਾਂ ਨਾਲ ਮੁਰੀਦਾਂ ਦੀ, ਪੀਰਾਂ ਨਾਲ ਮੁਰੀਦਾਂ ਦੀ। ਨਿਵਜੇ ਵਾਹਿਗੁਰੂ ਨਿਵਜੇ, ਸਾਡੀ ਪੀਰਾਂ ਨਾਲ ਮੁਰੀਦਾਂ ਦੀ, ਪੀਰਾਂ ਨਾਲ ਮੁਰੀਦਾਂ ਦੀ। ਨਿਵਜੇ
ਤੇ ਭਾਈ ਗੁਰਦਾਸ ਜੀ ਕਹਿੰਦੇ ਚੰਦ ਚਕੋਰ ਪ੍ਰੀਤ ਹੈ ਲਾਇ ਤਾਰ ਨਿਹਾਲੇ। ਜਿਵੇਂ ਕਹਿੰਦੇ ਚੰਦਰਮਾ ਦਾ ਗੂੜਾ ਪਿਆਰ, ਚੰਦਰਮਾ ਦੇ ਨਾਲ ਚਕੋਰ ਦਾ ਤੇ ਚੱਕਵੀ ਦਾ ਸੂਰਜ ਦੇ ਨਾਲ ਬੜਾ ਗੂੜਾ ਪਿਆਰ ਹੈ, ਤੇ ਕਵਲ ਦੇ ਫੁੱਲ ਦਾ ਪਾਣੀ ਦੇ ਨਾਲ, ਮੋਰਾਂ ਦਾ ਬੱਦਲ ਦੇ ਨਾਲ, ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਤੇ ਉਹ ਜਦੋਂ ਚੱਕਵੀ ਨੂੰ ਮਿਲਾਪ ਹੋ ਜਾਂਦਾ ਹੈ ਸੂਰਜ ਦਾ, ਬੜਾ ਆਨੰਦ ਪ੍ਰਾਪਤ ਕਰਦੀ ਆ। ਅਨੇਕਾਂ ਚਕੋਰਾਂ ਚੰਦਰਮਾ ਦੇ ਨਾਲ ਟਿਕ ਟਿਕੀ ਲਾ ਕੇ ਬੜੀ ਸ਼ਾਂਤੀ ਤੇ ਬੜਾ ਸੁੱਖ ਪ੍ਰਾਪਤ ਕਰਦੀਆਂ ਨੇ। ਤੇ ਸਿੱਖ ਵੀ ਜਦੋਂ ਆਪਣੇ ਗੁਰੂ ਦੇ ਨਾਲ ਪ੍ਰੀਤੀ ਲਾਉਂਦਾ ਤੇ ਬੜਾ ਸੁੱਖ ਪ੍ਰਾਪਤ ਕਰਦਾ। ਪਰ ਇਹ ਜਿਹੜੀਆਂ ਪ੍ਰੀਤਾਂ ਨੇ, ਗੁਰੂ ਦੀ ਪ੍ਰੀਤ ਸਰਬੰਗੀ ਪ੍ਰੀਤੀ ਆ। ਸਿੱਖ ਜੇ ਗੁਰੂ ਦੇ ਨਾਲ ਪ੍ਰੇਮ ਕਰਦਾ ਤਾਂ ਗੁਰੂ ਫਿਰ ਸਿੱਖ ਨਾਲ ਵੀ ਪ੍ਰੇਮ ਕਰਦਾ ਏ, ਸਰਬੰਗੀ ਪ੍ਰੀਤੀ। ਜਦੋਂ ਫਿਰ ਸਿੱਖ ਆਪਣੇ ਗੁਰੂ ਤੇ 100% ਗੁਰੂ ਤੇ ਭਰੋਸਾ ਕਰਦਾ ਏ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣੇ ਗੁਰੂ ਨੂੰ ਦੁੱਖ ਆਵੇ ਦੁੱਖ ਦੇ ਸਮੇਂ ਅਰਦਾਸ ਕਰਦਾ ਏ, ਸੁੱਖ ਆਵੇ ਸੁੱਖ ਦੇ ਸਮੇਂ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ। ਬਸ ਇੱਕ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਜਾਂਦੀ ਆ। ਫਿਰ ਜਦੋਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਸਿੱਖ ਕਰਦਾ ਤੇ ਫਿਰ ਸਿੱਖ ਦੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ। ਭਾਵੇਂ ਕਿ ਔਖਾ ਸਮਾਂ ਹੋਵੇ ਤੇ ਖੁਸ਼ੀਆਂ ਦਾ ਸਮਾਂ ਹੋਵੇ, ਕਾਰਜ ਦੀ ਸਫਲਤਾ ਵਾਸਤੇ ਕੀਤੀ ਅਰਦਾਸ, ਦੁੱਖ ਦੇ ਸਮੇਂ ਸਰੀਰ ਤੇ ਦੁੱਖ ਆ ਗਿਆ, ਗੁਰੂ ਨੂੰ ਅਰਦਾਸ ਕੀਤੀ ਤੇ ਗੁਰੂ ਨੇ ਤੰਦਰੁਸਤੀਆਂ ਬਖਸ਼ੀਆਂ। ਇਹ ਜਿਹੜਾ ਗੁਰੂ ਹੈ ਇਹ ਅੰਤਰਜਾਮੀ ਹੈ, ਇਹ ਬਿਨਾਂ ਬੋਲਿਆਂ ਤੋਂ ਹੀ ਜਾਣਦਾ ਹੈ, ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗੇ ਕੀਚੈ ਅਰਦਾਸ ਜੀਓ। ਤੇ ਗੁਰੂ ਦੇ ਚਰਨਾਂ ਵਿੱਚ ਜਦੋਂ ਸਿੱਖ ਅਰਦਾਸ ਕਰਦਾ ਫਿਰ ਕਦੇ ਬਿਰਥੀ ਨਹੀਂ ਜਾਂਦੀ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਸਿੱਖ ਰਹਿੰਦਾ ਏ ਲਾਹੌਰ ਦੇ ਵਿੱਚ ਭਾਈ ਪਤੰਗ। ਜਿਹੜਾ ਗੁਰਸਿੱਖ ਭਾਈ ਪਤੰਗ 100% ਆਪਣੇ ਗੁਰੂ ਤੇ ਭਰੋਸਾ ਕਰਦਾ ਏ, ਰੋਜ਼ ਆਪਣੇ ਗੁਰੂ ਨੂੰ ਯਾਦ ਵੀ ਕਰਦਾ, ਅੰਤਰਜਾਮੀ ਜਾਣ ਕੇ ਹਰ ਸਮੇਂ ਆਪਣੇ ਗੁਰੂ ਨੂੰ ਨੇੜੇ ਜਾਣਦਾ ਏ। ਜਦੋਂ ਕਿਤੇ ਮਨ ਦੇ ਵਿੱਚ ਗਲਤ ਫੁਰਨਾ ਪੈਦਾ ਹੁੰਦਾ, ਇਹ ਸੋਚਦਾ ਵੀ ਮੇਰਾ ਗੁਰੂ ਅੰਗ ਸੰਗ ਹੈ, ਤੇ ਪੜ੍ਹਿਆ ਵੀ ਜਾਂਦਾ ਏ ਦੋ ਕਾ ਲੰਗ ਪ੍ਰਣਾਸੀ ਦਇਆ ਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਉਹ ਗੁਰੂ ਅੰਗ ਸੰਗ ਹੈ, ਅੰਦਰ ਵਸਦਾ ਏ। ਤੇ ਜਦੋਂ ਭਾਈ ਪਤੰਗ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਸਿੱਖ ਬਣਿਆ, ਉਸ ਦਿਨ ਤੋਂ ਫਿਰ ਆਪਣੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਦਾ ਏ ਤੇ ਗੁਰੂ ਤੇ ਭਰੋਸਾ ਵੀ ਕਰਦਾ। ਜੋ ਵੀ ਕਾਰਜ ਕਰਨਾ ਪਹਿਲਾਂ ਆਪਣੇ ਗੁਰੂ ਸੋ ਗੁਰ ਪਹਿ ਅਰਦਾਸ ਕਰ। ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਵੀ ਕਰਦਾ। ਕੋਈ ਵੀ ਸਮਾਂ ਬਣੇ ਤਾਂ ਗੁਰੂ ਨੂੰ ਯਾਦ ਕਰਦਾ ਏ। ਇਹ ਜਿਹੜਾ ਭਾਈ ਪਤੰਗ ਸੀ ਇਹ ਲਾਹੌਰ ਦੇ ਵਿੱਚ ਇੱਕ ਸੂਬੇ ਦਾ ਦਰਬਾਰੀ ਸੀ ਪਠਾਨ, ਜਿਹਦਾ ਨਾਂ ਸੀ ਜਮਾਲ ਖਾਂ। ਇਹ ਜਮਾਲ ਖਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਸਿੱਖ ਦੇ ਨਾਲ ਇਹਦਾ ਬੜਾ ਪ੍ਰੇਮ ਸੀ। ਇਹਦੇ ਕੋਲ ਆਉਂਦਾ ਜਾਂਦਾ ਸੀ, ਬੈਠਦਾ ਸੀ। ਪਰ ਜਦੋਂ ਭਾਈ ਜਮਾਲ ਖਾਂ ਪਠਾਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਸਿੱਖ ਕੋਲ ਆਉਂਦਾ ਤਾਂ ਇਹ ਭਾਈ ਪਤੰਗ ਨੇ, ਗੁਰੂ ਦੇ ਸਿੱਖ ਨੇ ਗੁਰੂ ਦੀਆਂ ਗੱਲਾਂ ਸੁਣਾਉਣੀਆਂ।
गुरु का इतिहास जिहड़ा सिख है वो कदे इधरली उधरली गल नहीं करता, क्योंकि उन्होंने वो रस नहीं प्राप्त होंदा बहुतियां गल्लां दे विचों। वो गुरु की गल करेगा जां बाणी की गल करेगा जां मेरे सतगुरां दे इतिहास की गल करेगा। वो फालतू गल्लां नहीं करता, गल्लां होछियां हर के नाम तो बिना। रब दे प्यारे पढ़िया करते ने सिमरत वेद पुराण, पुकारन पोथियां नाम बिना सब कूड़ गाली होछियां। वो परमेश्वर दे नाम तो बिना कहंदे बाकी जिहड़ियां गल्लां ने कूड़ ने। किन्नियां मर्जियां गल्लां बना लईए, समा भी बड़ा लंघ जांदा है, पर परमेश्वर का नाम जपन लग्या 2-2 3-3 मिनट भी वेखे जाते ने। 1 मिनट वध हो गया, 5 मिनट वध हो गए, पर गल्लां जदों मारदे आ फिर समा नहीं देखते। पर रब दे प्यारे कदे गल्लां नहीं करते, जे करते ने तां गुरु की गल, अपने परमेश्वर की। ये जिहड़ा पठान सी भाई पतंग दे कोल रोज़ आउंदा सी ते भाई पतंग अपने गुरु दीयां गल्लां सुणाउंदा। इतिहास धन गुरु अर्जन देव महाराज जियां दा मुकण वाला नहीं, अगाध बोध है। जे किते धन गुरु नानक देव महाराज जियां दे अवतार तो लैके 10वें पातशाह कलगीधर पातशाह तक इतिहास सुनाना शुरू कर दिए, जिंदगी खत्म हो जाएगी पर इतिहास नहीं समाप्त होंदा। पर समुंदर दे विचों बूंद लैण वाली बात, एक बूंद लैके प्यासे ने प्यास बुझा लैनी आ। इतिहास दे विचों टूक मात्र विचार लैके अपनी जिंदगी दे विच ढाल के अपनी जिंदगी नूं सवार लैना, इस स्रोतियां दा काम होया करदा, गुरमुखां दा काम होया करदा। उन्हां दा काम नहीं जिहड़े सुणदे नहीं। वो मनमुख ना सुणदे ने, ना सुनाउण वालियां नूं चंगा समझदे ने, ते ना कदे बहिंदे ने ना मनदे ने। पर ਸਰੋਤਿਆਂ ਦੀ गल है, गुरमुखां ਦੀ गल है। गुरमुख ਉਹਨੂੰ ਆਖਿਆ ਜਾਂਦਾ ਜਿਹੜਾ गुरु की गल ਨੂੰ मुख रखदा है। गुरमुख गुरु की गल ਨੂੰ मुख रख के चलदा, जो मेरा गुरु कहंदा ते ਉਹਨੂੰ अगे मेरे गुरु ने आखिया ते ये करना। मनमुख ਉਹਨੂੰ आखिया ਜਾਂਦਾ ਜਿਹੜਾ अपने मन दीयां मर्जियां करदा है, मन मर्जी दे भोग भी भोगदा है, मन मर्जी दे दुनिया दे विच आके कर्म करदा है, उन्होंने मनमुख आख्या जांदा। ते जदों ये पठान भाई पतंग दे कोल आया करे ते भाई पतंग इनू गुरु इतिहास दीयां विचारां सुनाया करे, गुरु इतिहास दे नाल जोड़िया करे। बड़ा प्रेम पै गया ये भाई पतंग दे नाल। ते जिहड़ा ये भाई पतंग सी इहदी उन्हां समयां दे विच हुंडी चलदी सी, चलदी ते भावां कि अज भी है, पर गैर कानूनी आ, सरकार दा हुक्म नहीं, क्योंकि बैंकां आ गईयां ना। उन्हां समयां दे विच हुंडी चलदी सी भाई पतंग दी, चलाई भावां कि अज भी कोई जावे, रिस्क जिहने लैना लई जावे, पर हुक्म नहीं। ते हुंडी चलदी सी भाई पतंग दी। सारे लाहौर दे विच भाई पतंग दा सत्कार सी, गुरु दा सिख है। ते जिहड़ा भी अमानत इहदे कोल जमा करा के जांदा, समा पैण ते अपनी अमानत वापस लै जांदा। बड़ा सत्कार दुनिया दे विच भाई पतंग दा। गुरु दा सिख होण दे बावजूद ते संगतां दे नाल बड़े प्यार प्रेम दे नाल विचर रहे आए, बड़े प्रेम दे नाल जिंदगी नूं भी कढ़ रहे आ ते दसां नौहां दी किरत भी कर रहे आ। निर्वाह करन वास्ते बिहार हर एक बंदे नूं जरूरी आ। कोई खेती करदा है, कोई बिजनेस करदा है, हर एक बंदा अपने बिहार अपने आहार बिहार हर एक बंदा
जिंदगी के निर्वाह वास्ते कोई ना कोई बिहार करता है। बेलियां नूं तां करदे नहीं पुछदे। अज ते जिन्ने परिवार के मैंबर ने उन्ना कमाउणा, उन्ने जने कमाउण तां किते जाके खर्चे पूरे हुंदे ने। बेलियां नूं करदे नहीं पुछदे, लोकां ने की पुछना है। ते हर एक बंदे नूं जरूरी आ बिहार, कोई ना कोई कामकार। ते बिहार करदा है भाई पतंग दी हुंडी चलदी आ ते दुकान भी पाई आ इहने ते पूरा भी तोलदा है, सच बोलदा है, झूठ नहीं बोलदा भाई पतंग। एक दिन ये जिहड़ा पठान सी जमाल खां, इहने अपने देश नूं जाना सी। जिस दिन देश नूं जाण लग्या इहने 3300 सोने दी मोहर, कई इतिहासकारां ने 200 लिखी आ ते कईयां ने 3300। 3300 मोहर ये भाई पठान ने गुरु दे सिख भाई पतंग दे कोल जमा करवा दिती। जदों हुण जमा होई ते भाई पतंग ने जिस खाने दे विच बाकी संगतां दियां अमानतां रखदा सी, वो खाने विच नहीं रखी, एक कुजे दे विच रख दिती। ते जिस वही ते हर एक मनुख दी, हर एक प्राणी दी जिहड़ा भी आउंदा अमानत जमा कराउंदा ते बही ते लिख दिंदा। वो बही ते लिखिया जांदा हिसाब किताब, ते बही नूं वेख के फिर उहदी अमानत वापस दित्ती जांदी। ये बही अगे भी जाके लेखा जोखा मंगिया जांदा। परमेश्वर दे घर दे विच भी बही है। जिहड़े मनमुख लोग ने ये कहंदे अगे किने बहियां बनाईयां ने, दसिया ते किसी ने है नहीं, तैनूं दस नहीं रहे धन गुरु ग्रंथ साहिब सच्चे पातशाह। सुनिया ते कदे है नहीं, तू सुनदा ही नहीं। जदों धन गुरु ग्रंथ साहिब सच्चे पातशाह जी आवाज़ दिंदे ने उठ के चला जाना है। कदे सुनिया नहीं, बैठे ही नहीं गुरु ग्रंथ साहिब सच्चे पातशाह नूं कदे प्रकाश करके देखिया ही नहीं। वो जे कदे धन गुरु ग्रंथ साहिब सच्चे पातशाह नूं प्रकाश करके देखेगा, पढ़ेगा तो फिर सुन जावेगा। नानक आखै रे मना, सुनिए सिख सही, लेखा रब मंगेसिया बैठा कड वही। लिखिया गुरु ग्रंथ साहिब सच्चे पातशाह दे अंदर कि अगे जाके भी लेखा हुंदा है। तू कदे सुनिया ही नहीं, कदे पढ़िया ही नहीं। ते कहंदा भी अगे भी किसी ने बहियां बनाईयां ने, सुनदियां अगे भी लेखा जोखा होवेगा। फरीदा चार गवाया हंड कै, चार गवाया सम, लेखा रब मंगेसिया तू आहो केरे कम, पुछया जावेगा। हुण जिहड़ा भाई पतंग गुरु दे सिख ने एक बही लाई आ, उहदे उपर हर एक दी अमानत लिख दिंदा, पर ये पठान दी अमानत जमा नहीं कीती, लिखी नहीं, भुल गया। ते जिहड़ा जमाल खां सी पठान वापस अपने देश नूं चला गया। कई महीनों तो बाद हुणे पठान वापस आया। जदों हुण पठान ने आके वापस ये भाई पतंग दे कोल आके अर्ज की भी कई महीने पहला मैं अमानत जमा करा के गया सी 3300 मोहर, वो मेरी अमानत वापस कर दिओ, जो हिसाब किताब बनदा वो दस दिओ। जदों भाई पतंग ने वो खाने दे विच देखिया ते भाई पठान दी कोई अमानत नहीं, ते फिर वही उपर वेख्या ते उहदा नाम भी नहीं लिखिया। कुछ समा चुप रहा, मन विच सोच रहा, मना भाई ये जिहड़ा जमाल खां इहदी अमानत जमा नहीं होई, किते नाम भी नहीं लिखिया ते किसे खाने विच इहदी अमानत भी नहीं पई। काफ़ी समय दे बाद दे विच आके पठान नूं आखिया कि हो सकदा तू किसे होर कोल माया जमा करा गया होवें, मेरे कोल ते नहीं आई। अपनी धर्म पत्नी नूं पुछया ते नहीं आई। हुण जदों पठान ने सुनिया
भी भाई पतंग ने आख्या भी तेरी अमानत मेरे कोल नहीं आई ते मन दे विच सोचां दे विच पै गया, पैरां हेठों मिट्टी निकल गई। इन्हें भी आख दिता भी तू गुरु दा सिख हो के दिन दिहाड़े मैनू लुट रहे आए, मुकर रहे आए। ते भाई पतंग ने आख्या बीरा मैं मुकर नहीं रहा, मेरी बही दे उपर तेरा नाम नहीं लिखिया ते मेरी ਜਿਹੜੀਆਂ अमानतां रखियां ने वो खाने विच तेरी अमानत नहीं, घर वाली तो पुछया ते तेरी अमानत नहीं आई। ठीक आ साध संगत जी, कोई भुल के पाप हो जावे उन्होंने गुरु बख्श दिंदा है, पर जिहड़ा जान बुझ के करदा उन्होंने गुरु बख्शदा नहीं। आ कई तां दुनिया ते अमानतां लै लै के मुकर जांदे ने, ये भी आख दिंदे ने गुरु आखदा भी केते लै लै मुकर पाहे, केते अगली पंक्ति नहीं पढ़ते, कहते गुरु ने आख्या भी अमानत लैके मुकर जो, गुरु ने आख्या, पर जेड़े मुकर जाते ने अगली पंक्ति नहीं वो पढ़ते। जिस दिन किसी तो अमानत लैनी हुंदी आ ते पैरां वाले पाछे आके बैठ जाते ने ते मेरा कम जे तू किते सार दमें, औखा जा समा बनिया जे किते तू कृपा कर दमें, सारी जिंदगी तेरा आसान नहीं भुलांगा। पर जदों मिल जाते ने माया दे मिल जाती आ, वो कम भी लंघ जाता है ते महीने के बाद दे विच फिर वो अमानत वाला पुछदा है कि समा बहुत हो गया भाई, ते फिर उस दिन तो ही फिर शुरू कर दिंदा है भज्जण तां हुण लगे ही नहीं, रहने तां इत्थे आ, किते जान ते नहीं लगे, तेरी अमानत मैनू याद आ मोड़ देवांगे, जांदे ते हुण किते हैगे ही नहीं। जदों सामने वेखदा भी वो आ गया फिर कहंदे अखां कढदा है भी वो आ गया, भुल जांदा ना। पर जदों लैण दा समा हुंदा उदों बड़ा भोला बन जांदा है, बड़ा प्यार दे विच आके पैरां दे विच भी डिग जांदा है, बाद दे विच फिर कुछ होर बन जाता है। पर जे किते किसी की अमानत समय दे नाल मोड़ दईए, लैना देना तो दुनिया ते बनिया है, लए दिते बिना रहे ना कोई। ये जिहड़ा लैना देना ये तो दुनिया ते बनिया होया, पर पराई अमान क्यों रखी है, दिती हो ही सुख होए। किसी की पराई अमानत नूं रख के सुख नहीं मिलता, दिती ही सुख होए, दत्तियां ते सुख मिलता है। जिन्ना चਿਰ रखी रखांगे वो करजा है, वो भरना भी पैना, इत्थे नहीं भरांगे फिर अगे जाके। केते लै लै मुकर पाहे, केते मूर्ख खाही खाहे। उन्होंने कहते उरे भी पैंदियां ने अगे भी पैंदियां ने, हुण तुसीं समझदे हो भी की पैंदियां ने। एक 6वें पातशाह दे वेले सुथरे शाह होया, इनू सुथरा बनाया सी धन गुरु हरगोबिंद साहब महाराज ने। हर एक गल नूं ये सुथरे साहब व्यंग दे नाल करिया करदा सी, व्यंग नाल समझाउण दा तरीका सी, ढंग सी, हर एक नूं व्यंग दे नाल समझाउणा। इनू सुथरा भी बनाया सी गुरु हरगोबिंद साहब महाराज ने। जदों इहदा घर दे विच जन्म होया, जिस दिन इहदा जन्म होया इहदे दंद बाहर नूं सन, इहदा जिहड़ा चेहरे दा रंग सी, चेहरे दा रंग काला, करूप काला इहदा रंग, इहदे दंद बाहर नूं। जे किते बाहर नूं आ जाण फिर भी सानूं वहम हो जांदा है, जे किते ना आउण फिर भी वहम हो जांदा है। दिनां दा भी वहम आ, महीनिਆਂ ਦਾ भी वहम आ, सारे वहम चक्की फिरदियां। नाले गुरु ग्रंथ साहिब सच्चे पातशाह नूं मन्नी जाने आ, अमृत भी छकिया है, कलंगीधर पातशाह नूं गुरु भी कहने आ ते वहम भी सारे चक्की फिरदे आ, छड्डदे भी कोई नहीं। पर खालसा खास कहावै सोई, जाके हिरदै भरम ना होई। खालसा ही कहंदे ओ आ जिहड़ा कोई वहम नहीं करदा, भरम नहीं करदा। ये जदों सुथरे साह का जन्म होया, ये जिहड़े दंद बाहर नूं ने, इहदा रंग काला, इनू वहम पा दिता इहदी मां नूं, तेरे घर दे विच जिहड़ा बच्चा आया ये ते माड़े भागां वाला है,
ਇਹਨੂੰ ਰੱਖੀ ਨਾ ਘਰ ਦੇ ਵਿੱਚ, ਨਹੀਂ ਕੋਈ ਨਹੀਂ ਰਹਿਣਾ ਘਰ ਦੇ ਵਿੱਚ, ਸਭ ਘਰ ਉੱਜੜ ਜਾਵੇਗਾ। ਇਹਨੂੰ ਜਦੋਂ ਵਹਿਮ ਪਿਆ, ਇਹਨੇ ਉਹ ਬੱਚੇ ਨੂੰ ਇਹਦੀ ਮਾਂ ਨੇ ਕੱਪੜੇ ਵਸਤਰਾਂ ਦੇ ਵਿੱਚ ਲਪੇਟ ਕੇ ਬਾਹਰ ਰੱਖ ਦਿੱਤਾ। ਹੁਣ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਸਿਪਾਹੀਆਂ ਦੇ ਨਾਲ, ਸਿੱਖ ਫੌਜੀਆਂ ਦੇ ਨਾਲ ਟਹਿਲਣ ਜਾ ਰਹੇ ਨੇ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਰਵਣਾਂ ਦੇ ਵਿੱਚ ਬੱਚੇ ਦੀ ਰੋਣ ਦੀ ਆਵਾਜ਼ ਆਈ ਤਾਂ ਭਾਈ ਵਿਧੀ ਚੰਦ ਤੇ ਭਾਈ ਵਿਧੀ ਚੰਦ ਨੂੰ ਆਖਿਆ ਵੀ ਵੇਖ ਇਹ ਬੱਚੇ ਦੀ ਆਵਾਜ਼ ਆ ਰਹੀ ਆ। ਜਦੋਂ ਭਾਈ ਵਿਧੀ ਚੰਦ ਨੇ ਵੇਖਿਆ, ਕਹਿੰਦਾ ਸੱਚੇ ਪਾਤਸ਼ਾਹ ਬੜਾ ਕਰੋਪ ਬੱਚਾ ਏ, ਜਿਹਦੇ ਦੰਦ ਵੀ ਬਾਹਰ ਨੂੰ ਨੇ ਤੇ ਰੰਗ ਕਾਲਾ, ਬੜਾ ਕਰੋਪ ਜਿਹਾ ਬੱਚਾ ਏ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਕਰੋਪ ਨਹੀਂ, ਇਹ ਤੇ ਬੜਾ ਸੁਥਰਾ ਏ, ਸੁਥਰਾ ਇਹ ਬੱਚਾ ਬੜਾ ਚੰਗਾ ਏ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹ ਬੱਚੇ ਨੂੰ ਆਪਣੀ ਗੋਦ ਵਿੱਚ ਲਿਆ, ਬੱਚੇ ਨੂੰ ਪਾਲਿਆ। ਜਦੋਂ ਬੱਚੇ ਨੂੰ ਪਾਲਿਆ, ਬੱਚੇ ਨੂੰ ਪਾਲ ਕੇ ਉਹਦਾ ਨਾਂ ਰੱਖਿਆ ਸੁਥਰੇ ਸਾਹ। 6ਵੇਂ ਪਾਤਸ਼ਾਹ ਤੋਂ ਲੈ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ 9ਵੇਂ ਪਾਤਸ਼ਾਹ ਤੱਕ ਫਿਰ ਇਹਨੇ ਸੇਵਾ ਨਿਭਾਈ। ਇਹ ਫਿਰ ਹਰ ਇੱਕ ਸਮੇਂ ਵਿਅੰਗ ਦੇ ਨਾਲ ਗੱਲ ਕਰਦਾ। ਇੱਕ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ। ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ, ਰਾਗੀ ਸਿੰਘ ਸ਼ਬਦ ਪੜ੍ਹ ਰਹੇ ਨੇ, ਕਲਗੀਧਰ ਪਾਤਸ਼ਾਹ ਤਖਤ ਤੇ ਵਿਰਾਜਮਾਨ ਨੇ। ਜਿਹੜੀਆਂ ਸੰਗਤਾਂ ਬੈਠੀਆਂ ਨੇ, ਕੋਈ ਇੱਧਰ ਨੂੰ ਵੇਖਦਾ, ਕੋਈ ਇੱਧਰ ਨੂੰ ਵੇਖਦਾ, ਕੋਈ ਗੱਲਾਂ ਮਾਰਦਾ, ਕੋਈ ਸੌਂ ਰਿਹਾ ਏ। ਜਦੋਂ ਇਹ ਸੁਥਰੇ ਸ਼ਾਹ ਨੇ ਵੇਖਿਆ ਵੀ ਜਿੰਨੀਆਂ ਵੀ ਸੰਗਤਾਂ ਬੈਠੀਆਂ ਨੇ, ਇਹਨਾਂ ਦਾ ਧਿਆਨ ਤੇ ਸ਼ਬਦ ਦੇ ਵੱਲ ਹੈ ਨਹੀਂ, ਕੋਈ ਨਹੀਂ ਵੇਖ ਰਿਹਾ। ਹੁਣ ਇਹਨੇ ਵਿਅੰਗ ਦੇ ਨਾਲ ਗੱਲ ਕੀਤੀ। ਸੁਥਰੇ ਸ਼ਾਹ ਕਹਿੰਦਾ ਆ ਜਾਂਦੇ ਨੇ, ਇੱਥੇ ਆ ਕੇ ਸੌਂ ਜਾਂਦੇ ਨੇ, ਇੱਧਰ ਉੱਧਰ ਵੇਖੀ ਜਾਂਦੇ ਨੇ। ਇਹ ਸੁਥਰੇ ਸ਼ਾਹ ਆਖ ਰਿਹਾ ਏ, ਗੱਲਾਂ ਮਾਰੀ ਜਾਂਦੇ ਨੇ। ਜੇ ਐਂ ਕਰਨਾ ਹੁੰਦਾ ਘਰੋਂ ਨਾ ਆਈਏ। ਮੈਂ ਨਹੀਂ ਕਹਿੰਦਾ, ਸੁਥਰੇ ਸ਼ਾਹ ਨੇ ਆਖਿਆ ਕਿਤੇ ਐਵੇਂ ਮੈਨੂੰ ਕਹਿ ਦਵੋ ਵੀ ਆਪ ਕਹਿ ਰਹੇ ਆ, ਇਤਿਹਾਸ ਪੜ੍ਹ ਲਈਏ, ਮਿਲ ਜਾਂਦਾ ਏ। ਸੁਥਰੇ ਸ਼ਾਹ ਨੇ ਆਖਿਆ ਵੀ ਜੇ ਐਂ ਕਰਨਾ ਹੁੰਦਾ ਇੱਥੇ ਆਈ ਨਾ ਕਰੀਏ, ਘਰ ਬਹਿ ਜਾਈਏ, ਘਰ ਬਹਿ ਕੇ ਪ੍ਰਸ਼ਾਦੇ ਸਕੇ ਤੇ ਸੌਂ ਜਾਈਏ। ਇੱਥੇ ਕਿਉਂ ਆਉਂਦੇ ਆ ਜਦੋਂ ਸੰਗਤ ਕਰਨ ਦਾ ਤਰੀਕਾ ਹੀ ਨਹੀਂ, ਕੋਈ ਜੁਗਤੀ ਉਹ ਨਹੀਂ। ਜਦੋਂ ਸੁਥਰੇ ਸ਼ਾਹ ਨੂੰ ਸੁਣਿਆ ਤਾਂ ਜਿਹੜੇ ਗੱਲਾਂ ਮਾਰਦੇ ਸੀ ਉਹ ਉੱਠ ਕੇ ਸੁਥਰੇ ਸ਼ਾਹ ਦੇ ਮਗਰ ਭੱਜ ਲਏ। ਸੁਥਰੇ ਸ਼ਾਹ ਨੇ ਵੇਖਿਆ ਵੀ ਹੁਣ ਨਹੀਂ ਛੱਡਦੇ, ਹੁਣ ਤੇ ਮਾਰ ਦੇਣਗੇ, ਭੱਜ ਗਿਆ। ਇੱਕ ਦਿਨ ਲੰਘਿਆ, ਜਦੋਂ ਦੂਸਰਾ ਦਿਨ ਆਇਆ, ਫੇਰ ਦੀਵਾਨ ਸਜੇ। ਹੁਣ ਫੇਰ ਸੁਥਰੇ ਸ਼ਾਹ ਵੇਖਦਾ ਵੀ ਸਤਿਗੁਰਾਂ ਦੇ ਦਰਸ਼ਨ ਕਰਾਂ। ਸੁਥਰੇ ਸ਼ਾਹ ਦਰਸ਼ਨਾਂ ਤੋਂ ਤਾਂਗ ਕਰ ਰਹੇ ਆ, ਸਾਡੇ ਵਾਲਾ ਲਾਣਾ ਹੁਣ ਅੰਦਰ ਨਹੀਂ ਵੜਨ ਦੇ ਰਿਹਾ। ਇਹ ਕਹਿੰਦੇ ਤੂੰ ਆ ਕੇ ਦਿਖਾ ਅੰਦਰ, ਤੂੰ ਸਾਨੂੰ ਬੜਾ ਕੁਝ ਬੋਲ ਕੇ ਗਿਆ। ਦੂਆ ਦਿਨ ਫੇਰ ਲੰਘ ਗਿਆ, ਤੀਆ ਦਿਨ ਫੇਰ ਆ ਗਿਆ। ਹੁਣ ਸੁਥਰੇ ਸ਼ਾਹ ਕਹਿੰਦਾ ਵੀ ਅੰਦਰ ਜਾਣਾ ਏ, ਇਹ ਕਹਿੰਦੇ ਤੂੰ ਆ ਕੇ ਵਿਖਾ, ਅੰਦਰ ਨਹੀਂ ਆਉਣ ਦਿੰਦੇ। ਹੁਣ ਫਿਰ ਇਹਨੇ ਸੁਥਰੇ ਸ਼ਾਹ ਨੇ ਵਿਅੰਗ ਦੇ ਨਾਲ ਗੱਲ ਕੀਤੀ। ਮੂੰਹ ਤੇ ਪਰਨਾ ਕੁਝ ਮੂੰਹ ਲਪੇਟ ਲਿਆ, ਬੰਨ ਲਿਆ, ਸਿਰ ਦੇ ਉੱਪਰ ਕੱਖਾਂ ਦੀ ਪੰਡ ਰੱਖ ਲਈ। ਹੁਣ ਕੱਖਾਂ ਦੀ ਪੰਡ ਰੱਖ ਕੇ ਕਲਗੀਧਰ ਪਾਤਸ਼ਾਹ ਦੇ ਜਦੋਂ ਸਾਹਮਣੇ ਆਇਆ, ਇਹਨਾਂ ਨੇ ਆਖਿਆ ਵੀ ਕੋਈ ਰਸਤ ਲੈ ਕੇ ਆਇਆ ਏ। ਜਿਹੜੇ ਮੋੜਦੇ ਸੀ ਇਹਨਾਂ ਨੇ ਵੇਖਿਆ ਵੀ ਗੁਰੂ ਦਾ ਸਿੱਖ ਆ ਰਿਹਾ, ਕੋਈ ਨਾ ਕੋਈ ਲੰਗਰਾਂ ਵਾਸਤੇ ਰਸਤ ਲੈ ਕੇ ਆਇਆ, ਇਹਨੂੰ ਲੰਘ ਜਾਣ ਦਿਓ। ਇਹ ਗੁਰੂ ਦਾ ਸਿੱਖ ਕੋਈ ਸੰਗਤ ਦੇ ਵਾਸਤੇ ਰਸਤ ਲੈ ਕੇ ਆਇਆ। ਸਾਹਮਣੇ ਗਿਆ ਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚੋਂ ਪੰਡ ਰੱਖੀ। ਹੁਣ ਕਲਗੀਧਰ ਪਾਤਸ਼ਾਹ ਨੂੰ ਨਮਸਕਾਰ ਨਹੀਂ ਕੀਤੀ, ਉਹ ਪੰਡ ਨੂੰ ਵਾਰ-ਵਾਰ ਨਮਸਕਾਰ ਕਰ ਰਿਹਾ, ਮੱਥਾ ਟੇਕ ਰਿਹਾ। ਜਦੋਂ ਬਾਰ-ਬਾਰ ਸੁਥਰੇ ਸ਼ਾਹ ਨੇ ਉਹ ਪੰਡ ਨੂੰ ਮੱਥਾ ਟੇਕਿਆ, ਕਲਗੀਧਰ ਪਾਤਸ਼ਾਹ ਕਹਿੰਦੇ ਸੁਥਰਿਆ ਇਹ ਕੀ ਕਰਦਾ ਏ? ਕਹਿੰਦਾ ਜੀ ਇਹਦੀ ਕਿਰਪਾ ਨਾਲ ਅੰਦਰ ਆਇਆ ਏ, ਇਹ ਆਉਣ ਨਹੀਂ ਸੀ ਦਿੰਦੇ, ਇਹਦੀ ਕਿਰਪਾ ਨਾਲ ਅੰਦਰ ਆਇਆ। ਕਿਉਂ ਨਹੀਂ ਸੀ ਆਉਣ ਦਿੰਦੇ? ਕਹਿੰਦਾ ਸੱਚੇ ਪਾਤਸ਼ਾਹ ਪੁੱਛੋ, ਇਹਨਾਂ ਸਿੱਖਾਂ ਨੂੰ ਪੁੱਛੋ, ਮੈਨੂੰ ਅੰਦਰ ਨਹੀਂ ਸੀ ਆਉਣ ਦਿੰਦੇ। ਬੁਲਾਏ, ਕਹਿੰਦੇ ਜੀ ਇਹਨੇ ਸੰਗਤ ਨੂੰ ਬੜੀਆਂ ਗਾਲਾਂ ਕੱਢੀਆਂ, ਸੰਗਤ ਨੂੰ ਬੜਾ ਬੁਰਾ ਭਲਾ ਬੋਲਿਆ। ਜਦੋਂ ਸੁਥਰੇ ਸ਼ਾਹ ਨੇ ਸੁਣਿਆ, ਕਹਿੰਦਾ ਸੱਚੇ ਪਾਤਸ਼ਾਹ ਜੀ ਇਹਨਾਂ ਤੋਂ ਇਉਂ ਪੁੱਛੋ, ਜਿਸ ਦਿਨ ਮੈਂ ਗਾਲਾਂ ਕੱਢ ਕੇ ਗਿਆ ਸੀ, ਇਹਨਾਂ ਨੂੰ ਬੋਲ ਕੇ ਗਿਆ ਸੀ,
उस दिन आप जियां दी हजूरी विच रागी सिंह शब्द किहड़ा पढ़ रहे सन, किहड़ी विचार चल रही सी। हुण असीं भी आ जाने आ घरां तो चल के सतगुरां दे चरनां दे विच दसवीं दा दिहाड़ा धंगेड़ा साहिब दी पावन पवित्र धरती ते आए। सतगुरां नूं बड़ी जल्दी जल्दी नमस्कार कीती, जल्दी जल्दी परिक्रमा कीती, 1 मिनट नहीं बैठे। प्रशाद लिया, लंगर दे विच प्रशादा पानी छकिया, जल पानी छकिया ते घर नूं चले गए। पल्ले कुछ नहीं बन्निया, लैके कुछ नहीं गए, कुछ भी नहीं प्राप्त किया, जिमें आए उवें ही चले गए। इन्हें भाई सुथरे साह ने आखिया, सच्चे पातशाह इन्हां तो पुछो, जिस दिन मैं इन्हां नूं बोलिया उस दिन रागी सिंह शब्द किहड़ा पढ़ रहे सन। हुण जे किसी नूं पता होवे तां बोलण, किहड़ा शब्द पढ़ रहे ने, पता किसी नूं नहीं। कलगीधर पातशाह कहंदे इहदे समझाउण दा ही तरीका भी जदों गुरु दी संगत विच आउंदे आ गल्लां ना मारीए, इधर उधर ध्यान ना दिए, केवल ते केवल शब्द दे वल जुड़ जाइए। इत्थे आउण दा फायदा तां है। ये जिहड़ा सुथरे साह ने इहने व्यंग नाल समझा दिता भी गुरु दी संगत विच आउंदे आ तां कोई ना कोई लाहा लईए। एक दिन सुथरे साह ने सुनिया, 2 सिख अपने विच गल्लां करदे ने। एक सिख ने दूसरे सिख तो माया कुछ अमानत उधार ले लई। हुण जदों समा लंघ गया, जिहड़े सिख ने दत्ती आ, सिख हुण सिख तो मंग रहे आए। जदों हुण सिख मंगदा, ये अगों आख दिता भी दंदा है भी गुरु ने आख्या भी केते लै लै मुकर पाहे, केते अगे पढ़दा नहीं। जदों सुथरे साह ने वेख्या भी ये ते गुरु दी पंक्ति नूं, गुरु दी बाणी नूं उल्ट वरत रहे ने, गलत पासे वरतिया जा रहे आए। हुण ये सुथरे साह ने की वेख्या, आनंदपुर साहिब दी धरती ते विराजदा है। आनंदपुर साहिब दी धरती ते इन्हां सिखां नूं समझाउण वास्ते रोज़ हलवाई दे कोल चला जांदा है। हलवाई दे कोल जाके अपने मन भाउंदी मठियाई खा के जिहड़ी माया हुंदी आ, कलगीधर पातशाह दा नाम लिखा आउंदा है भी इहदा हिसाब किताब कलगीधर पातशाह करनगे। दूसरे दिन फिर जांदा है, हलवाई दे कोलों मठियाई खा के आ जांदा, इहदा हिसाब किताब लिख लई कलगीधर पातशाह करनगे। कई दिन लंघ गए, काफ़ी समा ते माया भी बहुत हो गई। एक दिन सुथरे साह नूं हलवाई ने पुछया, तू मठियाई ते खा जाना है पर माया बड़ी होगी, तू माया नहीं दे रहा। कहंदा इहदा हिसाब किताब कलगीधर पातशाह करनगे, उही देणगे। ये जिहड़ा हलवाई सी बही लैके हुण कलगीधर पातशाह दे चरनां च आ गया। कहंदा सच्चे पातशाह, थोड़ा सिख जिहड़ा रोज़ मठियाई खा के आउंदा ते माया बड़ी हो गई, हुण माया दा हिसाब किताब कहंदे कलगीधर पातशाह करनगे। बुलाया सुथरे नूं, सुथरिया तू रोज़ मठियाई खा के आउना ते माया नहीं दिंदा? कहंदा हाँ सच्चे। ये सुथरे साह कहंदा नहीं। कहंदा जी मैं तां इहनूं हलवाई नूं कदे देखिया तक नहीं, ये ते मैं पहली वारी वेख रहा, मैं ते नहीं कदे मठियाई खाधी। नहीं, ये ते एवें मेरे ते इल्जाम ला रहे आ, मैं कदे मठियाई ते खाने नहीं गया, मैं ते पहली बार वेख्या। कहंदा जी रोज़ मठियाई खा के आउंदा है, रोज़ जांदा है। हौली हौली कलगीधर पातशाह ने मना लिया सुथरे साह नूं। फिर सुथरे साह ने आख्या, सच्चे पातशाह सतगुरां दा तां हुक्म आ भी केते लै लै मुकर पाहे। मुकर जो किसी दी अमानत लैके गुरु कहंदा है। वो कहंदा सुथरिया तू ये पंक्ति ते पढ़ ली, अगली पंक्ति कौन पढ़ेगा? केते लै लै मुकर पाहे, केते अगे भी पढ़, फिर मूर्ख खाही खाहे। ये पंक्ति ते पढ़दे ही नहीं। पर जेड़े कहंदे भुल जाण उन्हां नूं बख्शिया जांदा है, जेड़े जान बुझ के पाप करदे ने, मुकरदे ने ना, ते धन गुरु ग्रंथ साहिब सच्चे पातशाह कहंदे जानत ही औगण करै। प्यारे जी
औगण करदा जान जान के प्यारे जी, 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 औगण करदा जान जान के प्यारे हो, औगण करदा जान जान के बोलो प्यारे जी, प्यारे जी, औगण करदा जान जान के प्यारे जी, औगण करदा जान जान के नाले जानदा सारियां बातां, 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 मन जानदा सारियां बातां, मन जानदा सारियां बातां, मर जानदा सारियां बातां, जानदा सारियां बातां, मन जानदा सारियां बातां नो, औगण करदा जान जान के मन जानदा सारियां बातां नो, औगण करदा जान जान के मन दा जानदा सारियां बातां नो, औगण करदा जान के नाले जानदा सारियां बातां नो, औगण करदा मन जानदा सारियां बातां नो, औगण करदा जान जान के मन जानदा सारियां बातां नो, औगण करदा जान जान के जानदा सारियां बातां, औगण करदा जान जान के मन मन जानदा सारियां बातां, औगण करदा जान जान के मन जानदा सारियां बातां नो, औगण करदा जान जान के कबीर मन जाने सब बात, जानत ही औगण करे काहे की कुसलात घात दीप, कबीर मन जाने सब बात, जानत ही औगण करे, जानदा सब कुछ आ पर पता होने के बावजूद कहते गुरु के चरणों च चतराइयां करदा ए, गुरु नूं भोला जानदा खिलाउणा, लोगन राम खिलाउणा जाना, ये गुरु के चरणों में आके अरदास भी कर जाता ते कारज पूरा हो जाता, फिर भुल भी जाता। गुरु नूं खिडाउणा जान के गुरु नूं अंतरजामी नहीं जानता। ये जिहड़ा सुथरे शाह सी, ਇਹਦੇ ਸਾਹਮਣੇ ਜਦੋਂ ਸਿੱਖਾਂ ਨੇ ਆਖਿਆ ਤੇ ਕਲਗੀਧਰ ਪਾਤਸ਼ਾਹ ਨੂੰ ਕਹਿੰਦਾ ਸੱਚੇ ਪਾਤਸ਼ਾਹ ਤੇ ਆਪ ਜੀਆਂ ਦਾ ਹੁਕਮ ਨੇ ਵੀ ਕਿਤੇ ਲੈ ਲੈ ਮੁੱਕਰ ਪਾਹੇ, ਮੁੱਕਰ ਜਾਓ, ਕਿਸੇ ਦੀ ਇਮਾਨਤ ਨਾ ਦਿਓ। ਗੁਰੂ ਨੇ ਆਖਿਆ ਹੈ, ਕਹਿੰਦੇ ਅਗਲੀ ਵੀ ਪੜੋ, ਕਿਤੇ ਮੂਰਖ ਖਾਹੀ ਖਾਹੇ, ਇੱਥੇ ਵੀ ਪੈਂਦੀਆਂ ਨੇ ਤੇ ਉੱਥੇ ਵੀ ਪੈਂਦੀਆਂ ਨੇ। ਜਿਹੜੇ ਕਹਿੰਦੇ ਕਿਸੇ ਦੀ ਇਮਾਨਤ ਲੈ ਕੇ ਮੁੱਕਰ ਜਾਂਦੇ ਨੇ, ਇਹ ਕਲਗੀਧਰ ਪਾਤਸ਼ਾਹ ਨੇ ਇਹਨਾਂ ਸਿੱਖਾਂ ਨੂੰ, ਵਾਹਿਗੁਰੂ ਸੁਥਰੇ ਸ਼ਾਹ ਨੇ ਇਹਨਾਂ ਸਿੱਖਾਂ ਨੂੰ ਸਮਝਾਉਣ ਵਾਸਤੇ ਫਿਰ ਇਹ ਵਿਅੰਗ ਦੇ ਨਾਲ ਗੱਲ ਕੀਤੀ
भी गुरु के चरणों में आके जे किसी तो मानत लैने आ, कई बारी गुरु नूं साखी भी बना दिंने आ दुनिया दे विच कोई झगड़ा हो जाता, चलो आके फिर इत्थे अरदास भी कर दिंने आ ते गुरु नूं साखी बना दिंने आ। एक दफ़ा कलगीधर पातशाह के चरणों में संगतां आईयां ते कलगीधर पातशाह के जदों चरणों च संगतां आईयां ते कलगीधर पातशाह जी शिकार खेड रहे ने। सतगुरां दे हथ कमलों दे विच, कर कमलों दे विच एक हथ दे विच बटेरा, एक हथ दे विच बाज। ये संगतां दे विच हरि गोपाल जी भी आए हुए ने ते आके जदों खबर मिली भी सतगुरु जी शिकार खेडण गए ने जंगल दे विच ते संगतां भी इत्थे आ गईयां। हुण की वेखदे ने, कलगीधर पातशाह दे हथ, एक हथ विच बटेरा ते एक हथ विच बाज। हुण जिहड़ा बटेरा, ये बटेरे दा बाज तड़ा तड़ा के बाज नूं खवा रहे ने। जदों हुण तोड़ तोड़ के बाज खा रहे आए, जिहड़ियां संगतां पहली बार आईयां ने उन्हां ने आख्या भी गुरु ते दयावान हुंदा, ये गुरु की कर रहे, अपनी अखां दे सामने एक निक्के जे पंछी दा मांस तड़ा तड़ा के खवा रहे ने, ये चंगा नहीं। इन्हां दे मन विच शंका भी उत्पन्न हो रहा है, सोच रहे ने भी ये गुरु दे काम ते नहीं, गुरु तां दयावान हुंदा, गुरु ते नहीं करदा, गुरु तां फिर कुछ देख नहीं सकदा, पर सोच रहे ने, शंका उत्पन्न हो रहा। ये जिहड़ा बाज सी इहने मांस तोड़ तोड़ के उहदा सारा जदों मांस खा लिया बटेरे दा, सतगुरां दे हस्त कमल भी खून दे नाल भिज गए, वस्त्रां ते भी खून पै गया। जदों बटेरे दा मांस खा लिया, सतगुरां दे हथ जल दे नाल धवा दिते ते साफ कीते। हुण जदों सिखां ने बेनती की सच्चे पातशाह, जिहड़े सिख नवें आए ने वो सिख आप जियां ते शंका कर रहे ने, ये की समझाउण दा आप जियां दा की तरीका है, किहड़े ढंग तरीके नाल समझा रहे हो। धन गुरु कलगीधर पातशाह ने आख्या, ये साडे सिख सन पहले जन्म दे विच, ये जिहड़ा बाज है भी सिखा, ये जिहड़ा बटेरा है भी साडा सिखा। ये जिहड़ा बटेरा सी इहने ये दूसरे सिख तो माया ले लई ते माया लैके दिन लंघदे गए ते बाद दे विच मुकर गया। जदों भी ये सिख आख्या करे भाई मेरी माया मोड़ दे, कोई गल नहीं मोड़ देवांगे, भज्जे ते नहीं जांदे, उरीआं आ जावे ते मोड़ देवांगे। हौली हौली समा लंघदा गया ते वो सिख मंगदा रहा पर ये जवाब दिंदा रहा। एक दिन ये सिख ने आख्या भाई बड़ा समा हो गया, तू मेरी अमानत मोड़ दे। इन्हें आख्या मैं तेरी माया देनी आ, मैं कलगीधर पातशाह नूं साखी जान के कहना है, कलगीधर पातशाह नूं जामन बना के कहना मैं तेरी माया देनी आ, मोड़ देवांगा। कलगीधर पातशाह नूं जामन बना लिया। सानू इन्हां ने जामन बनाया, ये बटेरा जिहड़ा सिख सी इहने माया दत्ती नहीं, इहदा समा आ गया, दुनिया नूं छड्ड के चला गया, मर गया। ये जिहड़ा बाज सिख सी ये भी मर गया। दोनों जने ये बाज की जोन विच पै गया ते वो बटेरे की जोन विच पै गया। हुण इन्हां दा जिहड़ा हिसाब किताब वो ते जामन सानू बनाया सी ते कलगीधर पातशाह दे सिख हो के कलगीधर पातशाह नूं जामन बना के साखी जान के कहना मैं माया तेरी देनी आ ते दवांगा, दत्ती नहीं। वो जिहड़ा इन्हां दा हिसाब किताब अज कीता है, इन्हां दा हिसाब किताब करके अज इन्हां दा भला कर दिता। करो गुरु ते शंका कौन करेगा, वो गुरु मेरा समर्था, और गुरु मेरा तां सतगुरु मेरा सर्व प्रतपाला है, सतगुरु मेरा मार जीवाला है। वो तो जिउंदा कर दिंदा है, मरियां च जाना भी पा दिंदा है। गुरु ते शंका नहीं कर सकते, पर गुरु नूं जे किते जामन बना ली, उहदा हिसाब किताब फिर गुरु कराउंदा है।
गुरु के चरणों में आके आपां ये भी आख दिंदे आ भी चलो सतगुरां दे चरणों च करदे आ अरदास, फिर उहदा जामन गुरु बन जाता, फिर उहदा फिर जिहड़ा नवेरा वो गुरु करता है। ध्यान अपना उत्थे लै आवो भाई पतंग। ते जिहड़ा पठान सी इहने आख्या भी तू गुरु दा सिख हो के मेरी अमानत नूं मुकर रहिया है, अमानत मैं तेरे कोल जमा करवाई आ ते तू मुकर रहिया चंगा नहीं। ते भाई पतंग ने आख्या मैं तेरी माया जमा नहीं कीती ते वही उपर तेरा नाम नहीं लिखिया, हुंदा ते मैं तेरी माया वापस कर देनी सी, जे तू आखदा तां मैं अपने कोलों भी तेनू दे सकदा, नहीं जे किते लिखिया पर मैं तेरे कोल अमानत जमा करवा के गया। ते भाई पतंग कहंदा नहीं तू मेरे कोल जमा नहीं करवा के गया। साध संगत जी सच हुण भाई पतंग भी बोल रहा है ते सच हुण पठान भी बोल रहा है, दोनों सच ने। पर जदों हुण पठान ने आख्या भी मेरी माया जे नहीं दिंदा तां फिर मैं सूबेदार दे कोल जाके फरियाद करदा, शिकायत करदा। ते भाई पतंग ने आख्या भी चला जा, जदों मैं तेरी माया जमा नहीं कीती, जो करना भाई कर ले, पर मैं तेरी माया किते लिखी नहीं हुई। ये जिहड़ा पठान सी जमाल खां हुणे सूबेदार दे कोल आके फरियादी होया, फरियादी होके ने फरियाद कीती कि लाहौर दे विच रहन वाला जिहड़ा भाई पतंग जिहदी हुंडी चलदी आ ते संगतां दियां मानतां भी जमा करदा, उहदे कोल मैं कई महीने पहला 3300 मोहर जमा करवा के गया, वो मेरी माया नहीं मोड़ रहा ते मैनू लुट रहा, दिन दे दिहाड़े मुकर रहा है। हुण जिहड़ा सूबेदार सी इहदा भी बड़ा मन दे विच सत्कार सी, गुरु दे सिख नूं बड़ा प्यार करदा सी ते शरधा सी भी गुरु दा सिख झूठ नहीं बोलदा, सच है। पर दूसरे पासे जिहड़ा इहदा नौकर सी पठान जमाल खां, इते भी भरोसा सी। हुण भरोसा दोनां ते आ। ये कहंदा भी मैं हुण न्याय किस तरह करा, इहने मन दे अंदर एक घाड़त घड़ी प्लान बनाया। कहंदे भी कल दे दिन बुलाया जावे भाई पतंग नूं। ते जदों हुक्म होया गुरु दा सिख भाई पतंग आया ते लाहौर दी धरती ते इस सूबेदार दे कोल आके हाजिर होया। ये सूबेदार ने नवाब ने आख्या भी ये जमाल खान ने तेरी शिकायत की भी तू यदि 3300 मोहर नहीं मोड़ रहा। इन्हें आख्या भी ये मेरे को जमा नहीं करवा के गया, जे किते जमा कराई हुंदी तां मैं वापस कर दिंदा, बही ते ना लिखिया हुंदा। जिस खाने विच बाकियां दी अमानतां पईयां ने अमानतां दे इहदी भी अमानत पई हुंदी, पर यह जमा नहीं करवा के गया। ते सूबेदार ने आख्या भी थोड़ा न्याय किवें कीता जावे। एक होर प्लान बनाया इन्हें आख्या भी कल दे दिन एक तेल दा कड़ाहा गर्म किया जाएगा। तेल दा कड़ाहा गर्म करके उहदे विच तेल पाया जाएगा ते उहनूं गर्म किया जाएगा। दोनों जणियां दे हाथों दे विच पाए जाणगे, जिहड़ा सच्चा होवेगा ਉਹਦੀ लाज फिर ਉਹਦਾ गुरु रखेगा। इदों वध के मैं कोई होर न्याय नहीं कर सकता। गुरु दे सिख नूं भाई पतंग नूं अपने गुरु ते भरोसा सी, मैं सच हाँ ते झूठ नहीं। इन्हें आख्या भी जिवें आप जियां दी खुशी। हुण भाई जमाल खां भी सच सी, पठान भी सच सी। इन्हें भी आख्या भी जिवें आप जियां दा हुक्म। दूसरा दिन आया, तैयारियां हो गई, हुण तेल गर्म किया गया। जदों हुण तेल गर्म किया गया, उवाले ते उवाला आ रहे आ, तेल गर्म होया। बड़ियां संगतां भी आईयां, बड़े काजी मलाने भी आए, सूबेदार दे नौकर दरबारी भी आए ते भाई पठान भी आया। इधरों गुरु दा सिख भाई पतंग भी आया। हुण जदों भाई पतंग आया
ਤੇ ਭਾਈ ਪਤੰਗ ਨੂੰ ਤੇ ਜਮਾਲ ਖਾਨ ਨੂੰ ਆਖਿਆ ਗਿਆ ਜੇ ਤੁਸੀਂ ਸੱਚੇ ਹੋ ਤੇ ਫਿਰ ਇਹ ਕੜਾਹੇ ਦੇ ਵਿੱਚ ਹੱਥ ਪਾਓ। ਜਿਹੜਾ ਵੀ ਸੱਚਾ ਹੋਵੇਗਾ ਫਿਰ ਉਹਦੀ ਲਾਜ ਉਹਦਾ ਗੁਰੂ ਰੱਖੇਗਾ। ਤੂੰ ਵੀ ਗੁਰੂ ਦਾ ਸਿੱਖ ਆ, ਇਹ ਵੀ ਖੁਦਾ ਨੂੰ ਮੰਨਣ ਵਾਲਾ ਏ। ਪਠਾਨ ਵੀ ਖੁਦਾ ਨੂੰ ਮੰਨ ਰਿਹਾ, ਤੂੰ ਵੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਸਿੱਖ ਆ। ਜਿਹੜਾ ਸੱਚਾ ਹੋਵੇਗਾ ਉਹਦੀ ਲਾਜ ਗੁਰੂ ਰੱਖੇਗਾ। ਲਓ ਜੀ, ਹੁਣ ਭਾਈ ਪਤੰਗ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਧਿਆਨ ਧਰਿਆ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਤੇ ਭਾਈ ਪਤੰਗ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਕਰਦਾ ਏ। ਜਿਵੇਂ ਸੱਚੇ ਪਾਤਸ਼ਾਹ ਜੁਗਾਂ ਜੁਗੰਤਰਾਂ ਤੋਂ ਆਪਣੇ ਭਗਤਾਂ ਦੀ, ਆਪਣੇ ਪਿਆਰਿਆਂ ਦੀ ਲਾਜ ਰੱਖਦੇ ਆਇਓ, ਤੇ ਉਵੇਂ ਜਿਵੇਂ ਅੱਜ ਮੇਰੀ ਲਾਜ ਰੱਖਿਓ। ਮੇਰਾ ਤੇ ਕੁਝ ਨਹੀਂ ਜਾਣਾ, ਤੇ ਬਾਣੀ ਤੇਰੀ ਪੜ੍ਹਦੇ ਆ ਤੇ ਬਾਣਾ ਤੇਰਾ ਪਾਇਆ। ਗੁਰੂ ਦੀ ਬਾਣੀ ਨੂੰ ਤੇ ਬਾਣੇ ਨੂੰ ਲਾਜ ਲੱਗੇਗੀ। ਸੱਚੇ ਪਾਤਸ਼ਾਹ ਮੈਂ ਤੇ ਸੱਚ ਬੋਲਦਾ, ਇਹਦੀ ਅਮਾਨਤ ਜਮਾ ਨਹੀਂ ਹੋਈ। ਮੈਂ ਸੱਚ ਬੋਲਦਾ, ਪਰ ਇਹਨਾਂ ਨੇ ਮੇਰੇ ਤੇ ਸ਼ੰਕਾ ਵੀ ਕੀਤਾ, ਮੇਰੇ ਤੇ ਉਂਗਲ ਵੀ ਉਠਾ ਰਹੇ ਨੇ, ਤੇ ਕਿਰਪਾ ਕਰੋ। ਹੁਣ ਭਾਈ ਜਮਾਲ ਵਾਹਿਗੁਰੂ ਭਾਈ ਪਤੰਗ ਤੇ ਭਾਈ ਜਮਾਲ ਖਾਂ ਇੱਧਰੋਂ ਭਾਈ ਜੀ ਪਤੰਗ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਯਾਦ ਕਰ ਰਹੇ ਆ, ਇੱਧਰੋਂ ਜਮਾਲ ਖਾਂ ਕਦੇ ਕਿਸੇ ਨੂੰ ਯਾਦ ਕਰਦਾ। 33 ਕਰੋੜ ਤਾਂ ਹੁਣ ਦੇਵੀ ਦੇਵਤੇ ਨੇ, ਕਦੇ ਕਿਸੇ ਨੂੰ ਤੇ ਆਉਂਦਾ, ਕਦੇ ਕਿਸੇ ਨੂੰ। ਸਾਰਿਆਂ ਨੂੰ ਤੇ ਆਉਣ ਲੱਗ ਗਿਆ ਵੀ ਕੋਈ ਤਾਂ ਆਵੇਗਾ, ਕੋਈ ਤਾਂ ਸੁਣੇਗਾ, ਸਾਰਿਆਂ ਨੂੰ ਯਾਦ ਕਰ ਲਈਏ। ਇੱਧਰੋਂ ਭਾਈ ਪਤੰਗ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ 'ਚ ਅਰਦਾਸ ਕੀਤੀ। ਉਹ ਜਿਵੇਂ ਲਾਜ ਦਰੋਪਤਾ ਦੀ ਰੱਖੀ ਸੀ, ਅੰਤਰ ਧਿਆਨ ਹੋ ਕੇ ਚੌਂਕੜਾ ਮਾਰ ਲਿਆ ਭਾਈ ਪਤੰਗ ਨੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ, ਉਹ ਜਿਵੇਂ ਲਾਜ ਦਰੋਪਤਾ ਦੀ ਰੱਖੀ ਸੀ, ਉਹ ਜਿਵੇਂ ਲਾਜ ਦਰੋਪਤਾ ਦੀ ਰੱਖੀ ਸੀ, ਲਾਜ ਦਰੋਪਤਾ ਦੀ, ਜਿਵੇਂ ਲਾਜ ਦਰੋਪਤਾ ਦੀ ਰੱਖੀ ਸੀ, ਉਹ ਜਿਵੇਂ ਲਾਜ ਦਰੋਪਤਾ ਦੀ ਰੱਖੀ ਸੀ, ਉਵੇਂ ਜਿਵੇਂ ਮੇਰੀ ਰੱਖ ਲੈ, ਉਵੇਂ ਜਿਵੇਂ ਮੇਰੀ ਰੱਖ ਲੈ, ਉਵੇਂ ਜਿਵੇਂ ਮੇਰੀ ਰੱਖ ਲੈ। ਲਾਜ ਦਰੋਪਤਾ ਦੀ ਰੱਖੀ ਸੀ, ਜਿਵੇਂ ਲਾਜ ਦਰੋਪਤਾ ਦੀ ਰੱਖੀ ਸੀ, ਉਵੇਂ ਜਿਵੇਂ ਮੇਰੀ ਰੱਖ ਜਿਵੇਂ ਲਾਜ ਦਰੋਪਤਾ ਦੀ ਰੱਖੀ ਸੀ, ਜਿਵੇਂ ਲਾਜ ਦਰੋਪਤਾ ਦੀ ਰੱਖੀ ਸੀ, ਉਵੇਂ ਜਿਵੇਂ ਮੇਰੀ ਰੱਖ ਲੈ, ਉਵੇਂ ਜਿਵੇਂ ਮੇਰੀ ਰੱਖ ਲੈ, ਉਵੇਂ ਜਿਵੇਂ ਮੇਰੀ ਰੱਖ ਲੈ। ਉਹ ਜਿਵੇਂ ਲਾਜ ਦਰੋਪਤਾ ਦੀ ਰੱਖੀ ਸੀ, ਜਿਵੇਂ ਲਾਜ ਦਰੋਪਤਾ ਦੀ ਰੱਖੀ ਸੀ, ਉਵੇਂ ਜਿਵੇਂ ਮੇਰੀ ਰੱਖ ਲੈ, ਉਵੇਂ ਜਿਵੇਂ ਮੇਰੀ ਰੱਖ ਲੈ, ਉਵੇਂ ਜਿਵੇਂ ਮੇਰੀ ਰੱਖ ਲੈ। ਲਾਜ ਦਰੋਪਤਾ ਦੀ ਰੱਖੀ
भाई पतंग सतगुरां दे चरनां च बेनती करदा सच्चे पातशाह, जिवें जुगां जुगंतरां तो अपने भगतां दी लाज रखदे आयो, हर जुग जुग भगतों पाया पैज रखदा आया राम राजे। जिवें सच्चे पातशाह प्रहलाद दी रखी सी, हरनाक्ष दुष्ट हर मारिया प्रहलाद तराया। फिर सच्चे पातशाह जी आप जियां ने भगत नामदेव जियां दी अहंकारियां निंदकां पिठ दे नाम दियो मुख मिलाया। जिमें सच्चे पातशाह जी भगत नामदेव जियां दी रखी सी, जन नानक ऐसा हर सेविया अंत लय छड़ाया। और जिमें द्वापर युग दे विच कृष्ण भगवान जियां ने द्रौपदी दी रखी सी। ये धन गुरु अर्जन देव महाराज सच्चे पातशाह कृपा करो, अज मेरी लाज रखो, मैं सच्चा है ते झूठ नहीं बोलदा। आप जियां दे बाणे नूं लाज लग जावेगी, बाणी नूं लाज लग जावेगी। हुण जदों भाई पतंग ने धन गुरु अर्जन देव महाराज जियां दे चरनां दा ओट ते आसरा लेके कड़ाहे दे विच हथ पाया, ते जदों कड़ाहे दे विच हथ पाया भाई पतंग ने, ते भाई पतंग नूं तत्ती वाह नहीं लगी, ताती वाह ना लगई पार ब्रह्म शरण आई नहीं लगदी। फूटो आंडा भरम का मन है भ्यो प्रगास, गुर काटी वेरी पग है ते गुर कीनी बंद खलास। तपत कड़ाहा बुझ गया गुर सीतल नाम लियो। वो कहंदे उबलदा होया कड़ाया, वो जिहड़ा तेल दा गर्म होया सी वो ठंडा हो गया। तपत कड़ाहा बुझ गया, ठंडा हो गया। ते भाई पतंग ने जदों हथ पाया ते आंच नहीं लगी, दुख नहीं आया। इधरों जमाल खां ने भी सोचा भी सच्चा ते मैं भी हाँ, हुण मैं भी हथ पा लवां। जदों हुण जमाल खां ने हथ पाया, कदे किसे नूं याद करदा, कदे अन्ने दी कदे बन्ने दी, कदे किसे नूं ध्याउंदा कदे किसे नूं। ते जमाल खां ने हथ पाया, इहदा हथ सड़ गया, बेहोश हो गया, धरती ते डिग पिया। न्याय किया गया भी गुरु दा सिख भाई पतंग सच है, ते साडा नौकर पठान जमाल खां ये झूठ है, ये झूठ बोलदा सी। ये न्याय हो गया। संगतां दे विच जिथे भाई पतंग दी पहलां भी जय जयकार सी, दुनिया दे लोग बड़ा सत्कार दिंदे सी, उथे भाई पतंग दी जय जयकार होई। हर मन तन वसिया सोई, जय जयकार करे सब कोई। सड़ी जावे जिन्हें सड़ना, अपने सिख दी गुरु ने जय जयकार करा देनी आ, क्योंकि चढ़दी कला किसी दी वेख के कोई जरदा नहीं ना। अजकल गवांढी नूं गवांढी नहीं जरदा, पर जिन्हों चकना है, जिहदा सत्कार कराउणा गुरु ने करा देना। उन्हें गुरु ने पुछना किसी तो नहीं, उन्हें सलाह मशवरा नहीं किसी नाल करना। वो गुरु ने जिहदा सत्कार कराउणा ते करा देना, पुछना किसी तो नहीं। जिहड़ा हुक्म करना वो कर देना। नीवियां नूं ऊंचा चुकण वाला गुरु कलगीधर पातशाह, नीचों ऊंच करै मेरा गोविंद, काहू ते ना डरै। वो नहीं डरदा किसी तो, जे उन्हें ऊंचा चकना तो चक देना। हुण जिहड़ा भाई पतंग सी, इहदी जय जयकार होई, चढ़दी कला होई, दुनिया दे विच लाहौर दे विच सत्कार होर वध गया। समा पिया, कुछ क दिनां तो बाद दे विच, थोड़े समय दे बाद दे विच दिवाली दा त्यौहार आया। हुण जदों दिवाली दा त्यौहार आउंदा, आपां सारे ही घरां दी सफाई करदे आं। खैर चंगा हुंदा है, बहाने नाल घरां विचों सफाई हो जाती आ, ते सफाई भी करदे आं। होर भी बहुत कुछ कीता जांदा, पर गुरमत दे विच नहीं। गुरु दा सिख होर कुछ नहीं करदा। कि घरां दी सफाई आपां भी करदे आं, उन्हां समयां दे विच भी करिया करदे सी। ते गुरु दे सिख ने भाई पतंग ने सोचा भी दिवाली का त्यौहार आ रहा, आपां भी घर दी दुकान दी कुछ सफाई कर लईए।
ਜਦੋਂ ਹੁਣ ਇਹਨੇ ਦੁਕਾਨ ਦੀ ਸਫਾਈ ਕਰਨੀ ਸ਼ੁਰੂ ਕੀਤੀ, ਇੱਕ ਕੁੱਜੇ ਦੇ ਵਿੱਚ ਉਹ ਪਠਾਨ ਦੀ ਜਿਹੜੀ 3300 ਮੋਹਰ ਸੀ ਉਹ ਨਿਕਲ ਗਈ। ਹੁਣ ਭਾਈ ਪਤੰਗ ਵੀ ਸੱਚਾ ਸੀ। ਵੇਖੋ ਗੁਰੂ ਨੇ ਲਾਜ ਤਾਂ ਰੱਖੀ, ਗੁਰੂ ਨੂੰ ਆਪਣੇ ਸਿੱਖ ਤੇ ਭਰੋਸਾ ਸੀ ਵੀ ਇਹ ਡੋਲਣ ਵਾਲਾ ਨਹੀਂ, ਇਹ ਡੋਲਦਾ ਨਹੀਂ, ਸੱਚ ਹੈ, ਮਿਲ ਜਾਵੇਗੀ ਇਹਨੇ ਪਹੁੰਚਾ ਦੇਣੀ ਆ। ਪਰ ਗੁਰੂ ਦਾ ਸਿੱਖ ਜਿਹੜਾ ਸੱਚਾ ਏ, ਗੁਰੂ ਨੂੰ ਪਤਾ ਸੀ, ਗੁਰੂ ਨੇ ਲਾਜ ਵੀ ਤਾਂ ਰੱਖੀ ਵੀ ਮੇਰਾ ਸਿੱਖ ਸੱਚਾ ਏ, ਮੈਂ ਸੱਚੇ ਦੀ ਗਵਾਹੀ, ਸੱਚੇ ਦੀ ਅਰਦਾਸ ਪ੍ਰਵਾਨ ਕਰਨ ਜਾ ਰਹੇ ਹਾਂ। ਤੇ ਜਦੋਂ ਕੁੱਜੇ ਦੇ ਵਿੱਚੋਂ 3300 ਮੋਹਰ ਨਿਕਲੀ, ਹੁਣ ਉਹ ਮੋਹਰ ਲੈ ਕੇ ਉਹ ਪਠਾਨ ਦੇ ਘਰ ਆਇਆ। ਉਹ ਪਠਾਨ ਨੂੰ ਆ ਕੇ ਜਾ ਗੁਰੂ ਦੇ ਸਿੱਖ ਭਾਈ ਪਤੰਗ ਨੇ ਆਖਿਆ, ਪਠਾਨ ਨੂੰ ਆਖਦੇ ਨੇ, ਭਾਈ ਜਮਾਲ ਖਾਂ ਤੂੰ ਤੇ ਸੱਚਾ ਸੀ, ਤੇਰੀ 3300 ਮੋਹਰ ਆ ਮੇਰੇ ਦੁਕਾਨ ਵਿੱਚੋਂ ਨਿਕਲੀ ਆ, ਆਪਣੀ ਅਮਾਨਤ ਸਾਂਭ ਲੈ। ਤੇ ਭਾਈ ਜਮਾਲ ਖਾਂ ਨੇ ਆਖਿਆ ਵੀ ਗੁਰੂ ਦੇ ਸਿੱਖਾ, ਇਹ ਜਿਹੜੀ ਅਮਾਨਤ ਆ ਹੁਣ ਮੈਂ ਨਹੀਂ ਸਾਂਭਣੀ, ਜਿਹੜੇ ਗੁਰੂ ਦੇ ਚਰਨਾਂ ਵਿੱਚ ਤੂੰ ਅਰਦਾਸ ਕੀਤੀ ਆ ਮੈਨੂੰ ਉਹ ਗੁਰੂ ਦੇ ਕੋਲ ਲੈ ਜਾ, ਜਿਹੜੇ ਗੁਰੂ ਨੇ ਤੇਰੀ ਲਾਜ ਰੱਖੀ ਆ ਮੈਨੂੰ ਗੁਰੂ ਦੇ ਕੋਲ ਲੈ ਜਾ। ਹੁਣ ਭਾਈ ਪਤੰਗ ਗੁਰੂ ਦਾ ਸਿੱਖ ਤੇ ਭਾਈ ਜਮਾਲ ਖਾਂ ਕਲਗੀ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਆਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਆ ਕੇ ਨਮਸਕਾਰ ਕੀਤੀ। ਤੇ ਜਮਾਲ ਖਾਂ ਨੇ ਆਖਿਆ, ਸੱਚੇ ਪਾਤਸ਼ਾਹ ਮੈਂ ਵੀ ਸੱਚਾ ਸੀ ਤੇ ਮੇਰੀ ਬਾਂਹ ਸੜ ਗਈ, ਭਾਵੇਂ ਕਿ ਸੱਚਾ ਆਪ ਜੀਆਂ ਦਾ ਸਿੱਖ ਸੀ, ਇਹਦੀ ਆਪ ਜੀਆਂ ਨੇ ਲਾਜ ਰੱਖੀ, ਇਹਦੀ ਲਾਜ ਕਿਉਂ ਰੱਖੀ ਤੇ ਮੇਰੀ ਕਿਉਂ ਨਹੀਂ ਰੱਖੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ 100% ਆਪਣੀ ਜ਼ਿੰਦਗੀ ਦੇ ਵਿੱਚ ਭਰੋਸਾ ਬਣਾਇਆ, ਇੱਕੋ ਇੱਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਦਰ ਦਾ ਓਟ ਤੇ ਆਸਰਾ ਲਿਆ। ਤੂੰ ਕਿਹਨੂੰ ਯਾਦ ਕੀਤਾ ਸੀ? ਕਹਿੰਦਾ ਮੈਂ ਵੀ ਬੜਿਆਂ ਨੂੰ ਯਾਦ ਕੀਤਾ ਸੱਚੇ ਪਾਤਸ਼ਾਹ, ਉਹ ਆ ਜਾਵੇਗਾ। ਬੜਿਆਂ ਨੂੰ ਯਾਦ ਕੀਤਾ, ਕਦੇ ਅੰਨੇ ਦੀ ਕਦੇ ਬੰਨੇ ਦੀ, ਬੜਿਆਂ ਨੂੰ ਯਾਦ ਕੀਤਾ ਪਰ ਆਇਆ ਕੋਈ ਨਹੀਂ। ਉੱਥੇ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜੇ ਕਿਤੇ ਇੱਕ ਦਾ ਬਣ ਜਾਂਦਾ ਤਾਂ ਫਿਰ ਇੱਕ ਤੈਨੂੰ ਰੱਖ ਵੀ ਲੈਂਦਾ, ਇੱਕ ਤੇਰੀ ਲਾਜ ਵੀ ਰੱਖਦਾ, ਇੱਕ ਦਾ ਬਣ ਜਾਈਏ। ਦਰ ਦਰ ਦੇ ਫਿਰਨੇ ਨੂੰ ਛੱਡ ਕੇ ਇੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਜਾਈਏ। ਆਓ ਹੁਣ ਸਮਾਂ ਵੀ ਆਪਣਾ ਇਜਾਜ਼ਤ ਨਹੀਂ ਦਿੰਦਾ। ਇੱਕ ਦਾ ਓਟ ਤੇ ਆਸਰਾ ਲਿਆ ਭਾਈ ਪਤੰਗ ਨੇ। ਗੁਰੂ ਨੇ ਫਿਰ ਇਹਦੀ ਅਰਦਾਸ ਸੁਣੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਅਸਥਾਨਾਂ ਤੇ ਬੈਠਿਆਂ ਇੱਥੇ ਵੀ ਜਿਹੜੀਆਂ ਸੰਗਤਾਂ ਅਰਦਾਸਾਂ ਕਰਦੀਆਂ ਨੇ ਗੁਰੂ ਅਜਾਈ ਨਹੀਂ ਜਾਣ ਦਿੰਦਾ। 2 ਸ੍ਰੀ ਅਖੰਡ ਪਾਠ ਸਾਹਿਬ ਪਰਸੋਂ ਰੋਜ਼ ਤੋਂ ਪ੍ਰਾਰੰਭ ਕੀਤੇ ਗਏ। ਇੱਕ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਦਰ ਕਰਦੇ ਪ੍ਰੀਤਵਾਨ ਸਰਦਾਰ ਮਹਿੰਦਰ ਸਿੰਘ ਜੀ ਸੁਪੁੱਤਰ ਸਰਦਾਰ ਰਚਨ ਸਿੰਘ ਜੀ ਪਿੰਡ ਧੰਗੇੜੇ ਤੋਂ ਕਰਵਾ ਰਹੇ ਸਨ। ਇਹਨਾਂ ਨੇ ਕਿਸੇ ਸਮੇਂ ਅਰਦਾਸਾਂ ਕੀਤੀਆਂ ਸਨ ਤੇ ਗੁਰੂ ਨੇ ਸੁਣੀਆਂ। ਦੂਸਰੀ ਅਰਦਾਸ ਬੇਨਤੀ ਸਰਦਾਰ ਰਘਵੀਰ ਸਿੰਘ ਜੀ ਨਾਭੇ ਤੋਂ, ਇਹਨਾਂ ਨੇ ਵੀ ਕਿਸੇ ਸਮੇਂ ਅਰਦਾਸਾਂ ਕੀਤੀਆਂ। ਇਹਨਾਂ ਦੀ ਅਰਦਾਸ ਵੀ ਗੁਰੂ ਨੇ ਸੁਣੀ। ਗੁਰੂ ਆਪਣੇ ਸਿੱਖ ਦੀ ਅਰਦਾਸ ਕਦੇ ਅਜਾਈ ਨਹੀਂ ਜਾਣ ਦਿੰਦਾ, ਸੁਣਦਾ ਏ, ਪਰ ਸੁਣਦਾ ਉਦੋਂ ਆ ਜਦੋਂ ਇੱਕ ਦੇ ਬਣ ਜਾਈਏ। ਆਓ ਇਹੋ ਸ਼ਬਦ ਪੜ੍ਹ ਕੇ ਫਿਰ ਆਨੰਦ ਸਾਹਿਬ ਜੀਆਂ ਦੇ ਜਾਪ ਅਰਦਾਸਾਂ ਬੇਨਤੀਆਂ ਤੇ ਸਤਿਗੁਰਾਂ ਦੇ ਪਾਵਨ ਪਵਿੱਤਰ ਹੁਕਮਨਾਮਿਆਂ ਤੋਂ ਉਪਰੰਤ ਗੁਰੂ ਘਰ ਦੀ ਬਖਸ਼ਿਸ਼ ਦਿੱਤੀ ਜਾਵੇਗੀ। ਸਰਦਾਰ ਮਹਿੰਦਰ ਸਿੰਘ ਜੀਆਂ ਨੂੰ ਤੇ ਸਰਦਾਰ ਰਘਵੀਰ ਸਿੰਘ ਜੀਆਂ ਨੂੰ। ਪਰਿਵਾਰਾਂ ਨੂੰ ਬੇਨਤੀ ਆ, ਵੈਸੇ ਤਾਂ ਦਰਬਾਰ ਸਾਹਿਬ ਦੇ ਵਿੱਚ ਹਾਜ਼ਰ ਹੋਣਗੇ, ਜੇ ਨਹੀਂ ਹਾਜ਼ਰ ਤਾਂ ਕਿਰਪਾ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਉਣ ਦੀ ਕਿਰਪਾਲਤਾ ਕਰੋ। ਦਰ ਦਰ ਦੇ ਫਿਰਨੇ ਨਾਲੋਂ ਦਰ ਦਰ ਦੇ ਫਿਰਨੇ ਨਾਲੋਂ ਜੀ ਦਰ ਦਰ ਦੇ ਫਿਰਨੇ ਦਰ ਦੇ ਫਿਰਨੇ ਨਾਲੋਂ ਦਰ ਦਰ ਦੇ ਫਿਰਨੇ ਨਾਲੋਂ ਦਰ ਦਰ ਦੇ ਫਿਰਨੇ ਨਾਲੋਂ ਦਰ ਦੇ ਫਿਰਨੇ ਨਾਲੋਂ ਜੀ ਦਰ ਦਰ ਦੇ
डरदे फिरने नालों जी डरदा हो के बह जा डरदे फिरने नालों जी डरदा हो के बह जा हाँ जी सगल द्वार को छाड़ के गए तुम्हारो हार बाहे गए की लाज अस गोविंद रास तुम्हारो एक दे बन जाइए एक दे दर दे नाल जुड़ जाइए फिर गुरु लाज रखदा है अपने सिख दी अरदास भी सुनदा आओ होइयां भुल्लां दी खिमा बख्शियो जी अनजान जिहे बच्चे समझ के तमाम गलतियां दी भुल्लां दी खिमा करियो अजे बच्चियां गुरु की संगत ते धन गुरु ग्रंथ साहिब सच्चे पातशाह जी